ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਸਮੂਹ ਅਹੁਦੇਦਾਰ ਤੇ ਸਮੂਹ ਮੈਂਬਰਾਂ ਵੱਲੋਂ ਭਾਰਤ ਸਰਕਾਰ ਦਾ ਖਾਸ ਕਰਕੇ ਪੀਯੂਸ਼ ਗੋਇਲ ਜੀ ਦਾ, ਸੋਮ ਪ੍ਰਕਾਸ਼ ਜੀ ਦਾ, ਜਿਹੜੇ ਸਾਡੇ ਇੰਡਸਟਰੀ ਐਂਡ ਕਾਮਰਸ ਦੇ ਮਿਨਿਸਟਰ ਨੇ, ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੰਡਸਟਰੀ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ 1 ਜਨਵਰੀ ਤੋਂ ਜਿਹੜਾ ਕੰਪਲਸਰੀ ਸੀਗਾ ਰਿਫਲੈਕਟਰ ਲਗਾਉਣਾ, ਉਹਨੂੰ 6 ਮਹੀਨੇ ਵਾਸਤੇ ਐਕਸਟੈਂਡ ਕਰਤਾ। ਇਹ ਐਕਸਟੈਂਸ਼ਨ 1 ਜੁਲਾਈ ਤੋਂ ਹੁਣ ਖਤਮ ਹੋ ਰਹੀ, 30 ਜੂਨ ਨੂੰ ਖਤਮ ਹੋ ਜਾਏਗੀ। ਅਸੀਂ ਗੇਅਰ ਅਪ ਕਰ ਲਿਆ ਸੀ ਇੰਡਸਟਰੀ ਨੂੰ। ਇੰਡਸਟਰੀ ਨੇ ਐਕਸਟੈਂਸ਼ਨ ਨੂੰ ਬੜੇ ਅੱਛੇ ਢੰਗ ਨਾਲ ਅਸੈਪਟ ਕੀਤਾ ਸੀਗਾ। ਬਹੁਤ ਵੱਡੀ ਰਾਹਤ ਦਿੱਤੀ ਹੈ ਗਵਰਨਮੈਂਟ ਨੇ ਸਾਡੀ ਕਿ ਮਾਈਕਰੋ ਯੂਨਿਟਸ ਨੂੰ ਜਿਹਦੀ ਤਕਰੀਬਨ 60,000 ਰੁਪਏ ਫੀਸ ਸੀਗੀ, ਉਹਨਾਂ ਨੂੰ ਅੰਦਾਜ਼ਨ 50,000 ਰੁਪਏ ਹਰ ਸਾਲ ਦਾ ਬੈਨੀਫਿਟ ਦੇ ਕੇ ਸਿਰਫ 10,000 ਰੁਪਏ ਫੀਸ ਰੱਖੀ ਗਈ ਹੈ। ਇਹ ਦੂਸਰਾ ਮੁੱਦਾ ਹੈ ਕਿ 10,000 ਵੀ ਦੇਣਾ ਕਿ ਨਹੀਂ। ਇਸ ਤੋਂ ਬਾਅਦ ਸਮਾਲ ਐਂਡ ਮੀਡੀਅਮ ਜਿਨ੍ਹਾਂ ਨੂੰ ਤਕਰੀਬਨ 60,000 ਰੁਪਈਆ ਪੈਂਦਾ ਸੀਗਾ, ਐਗਜ਼ੈਕਟ ਫਿਗਰ ਨਹੀਂ ਮੈਂ ਦੇ ਰਿਹਾ, ਉਹਨਾਂ ਨੂੰ ਵੀ ਤਕਰੀਬਨ 20,000 ਰੁਪਏ ਸਾਲ ਦਾ ਉਹਨਾਂ ਨੇ ਫੀਸ ਰਿਲੈਕਸੇਸ਼ਨ ਦਿੱਤੀ ਹੈ। ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆ ਰਹੇ ਸੀ ਕਿ ਸਜ਼ਾ ਘੱਟ ਕਰਾਓ, ਡਰਾਓ ਨਾ, ਪਰ ਸੁਣਿਆ ਹੈ ਕਿ ਸਜ਼ਾ ਤਾਂ ਹਜੇ ਵੀ ਉੱਦਾਂ ਹੀ ਹੈਗੀ ਹੈ। ਕੀ ਉਹ ਅਪਰੂਵਡ BIS ਦਾ ਵੈਂਡਰ ਹੈਗਾ ਕਿ ਨਹੀਂ? ਜੇ ਅਪਰੂਵਡ ਹੈਗਾ, ਅਸੀਂ ਡੱਬੇ ਉੱਪਰ ਲਿਖ ਕੇ ਪਾਤਾ, ਬਿੱਲ ਬੁੱਕ ਦੇ ਉੱਪਰ COC ਨੰਬਰ ਰਜਿਸਟ੍ਰੇਸ਼ਨ ਪਾਤਾ। ਜਦ ਤੱਕ ਉਹ ਡੱਬਾ ਬੰਦ ਹੈ, ਜਦ ਤੱਕ ਜ਼ਿੰਮੇਵਾਰੀ ਸਾਈਕਲ ਮੈਨੂਫੈਕਚਰ ਦੀ ਹੈ। ਜਦੋਂ ਡੱਬਾ ਖੁੱਲ੍ਹ ਗਿਆ, ਉਸ ਤੋਂ ਬਾਅਦ ਸਾਈਕਲ ਮੈਨੂਫੈਕਚਰ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਕੈਦ ਨਹੀਂ। ਜ਼ਿੰਮੇਵਾਰੀ ਕਿਹਦੀ ਹੈ? ਫਿਰ ਜ਼ਿੰਮੇਵਾਰੀ ਉਸ ਬੰਦੇ ਦੇ ਜਿਹੜੇ ਸਾਈਕਲ ਦਾ ਡੱਬਾ ਖੋਲ੍ਹਿਆ ਹੋਇਆ। ਦੂਸਰੀ ਗੱਲ, ਜੇ ਸਾਈਕਲ ਰੋਡ ਦੇ ਉੱਪਰ ਕਸਟਮਰ ਕੋਲੋਂ ਰਿਫਲੈਕਟਰ ਗਿਰ ਗਿਆ ਜਾਂ ਦੁਕਾਨਦਾਰ ਨੇ 6 ਦੀ ਬਜਾਏ 8 ਦੀ ਬਜਾਏ 10 ਦੀ ਬਜਾਏ 2 ਲਗਾਏ ਜਾਂ 4 ਨਹੀਂ ਲਗਾਏ, ਮੈਨੂਫੈਕਚਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ। जनहितैषी TRP नहीं खरीदते, भरोसा जीतते हैं हम। नमस्कार, सत श्री अकाल, आदाब। शहर लुधियाना चो एक बार फिर तुहाडे नाल जुड़े। सो मामला है साइकिल इंडस्ट्री नूं लैके। 1 जुलाई तो साइकिल इंडस्ट्री दे विच रिफ्लैक्टर ਜ਼ਰੂਰੀ हो गए हैं। सो MTB बाइक्स दे विच हुण साइकिलां ते रिफ्लैक्टर लगाना ਜ਼ਰੂਰੀ होएगा, ते जे नहीं हुंदा उस मामले दे विच सज़ा तक दे भी प्रावधान हैगे है। पर यूनाइटेड साइकिल पार्ट ने 1 हफ्ता पहला ही पूरा एकदम संज्ञान लेंदे हुए एक वड्डे लैवल ते कैंप लगा दिता है। BIS की रजिस्ट्रेशन हो रही है और खुद प्रधान DS चावला इस सारी चीज़ नूं खुद अपनी देख रेख च करा रहे हैं। सो गलबात करते हैं चावला जी नाल कि की माहौल है, किन्ने क लोग रजिस्ट्रेशन करा चुके हैं, होर भी कई सवाल करांगे। सत श्री अकाल सर। ਸਤਿ ਸ਼੍ਰੀ ਅਕਾਲ ਜੀ। ਜਨਹਿਤੈਸ਼ੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਪਤਾ ਲੱਗਿਆ ਆਪਾਂ ਕੈਂਪ ਲਗਵਾਇਆ ਹੈਗਾ, 2 ਦਿਨ ਹੋ ਗਏ ਕੈਂਪ ਚੱਲਦੇ, ਅੱਜ ਦੂਸਰਾ ਦਿਨ ਹੈ। ਸੋ ਕਿੱਦਾਂ ਦਾ ਮਾਹੌਲ ਹੈ, ਤੇ ਇਹ ਵੀ ਦੱਸੋ ਕਿ 1 ਤਰੀਕ ਤੋਂ ਜਿਹੜਾ ਹੁਣ ਤਾਂ ਨਹੀਂ ਟਲੇਗਾ, ਪਿਛਲੀ ਵਾਰ ਤਾਂ ਤੁਸੀਂ ਜਿਹੜਾ ਟਲਵਾ ਲਿਆਏ ਸੀਗੇ। ਦੇਖੋ, ਮੈਂ ਸਭ ਤੋਂ ਪਹਿਲਾਂ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਸਮੂਹ ਅਹੁਦੇਦਾਰ ਤੇ ਸਮੂਹ ਮੈਂਬਰਾਂ ਵੱਲੋਂ ਭਾਰਤ ਸਰਕਾਰ ਦਾ ਖਾਸ ਕਰਕੇ ਪੀਯੂਸ਼ ਗੋਇਲ ਜੀ ਦਾ, ਸੋਮ ਪ੍ਰਕਾਸ਼ ਜੀ ਦਾ, ਜਿਹੜੇ ਸਾਡੇ ਇੰਡਸਟਰੀ ਐਂਡ ਕਾਮਰਸ ਦੇ ਮਿਨਿਸਟਰ ਨੇ, ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੰਡਸਟਰੀ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ 1 ਜਨਵਰੀ ਤੋਂ ਜਿਹੜਾ ਕੰਪਲਸਰੀ ਸੀਗਾ ਰਿਫਲੈਕਟਰ ਲਗਾਉਣਾ, ਉਹਨੂੰ 6 ਮਹੀਨੇ ਵਾਸਤੇ ਐਕਸਟੈਂਡ ਕਰਤਾ। ਇਹ ਐਕਸਟੈਂਸ਼ਨ 1 ਜੁਲਾਈ ਤੋਂ ਹੁਣ ਖਤਮ ਹੋ ਰਹੀ, 30 ਜੂਨ ਨੂੰ ਖਤਮ ਹੋ ਜਾਏਗੀ। ਅਸੀਂ ਗੇਅਰ ਅਪ ਕਰ ਲਿਆ ਸੀ ਇੰਡਸਟਰੀ ਨੂੰ। ਇੰਡਸਟਰੀ ਨੇ ਐਕਸਟੈਂਸ਼ਨ ਨੂੰ ਬੜੇ ਅੱਛੇ ਢੰਗ ਨਾਲ ਅਸੈਪਟ ਕੀਤਾ ਸੀਗਾ। ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਇਹ ਕੈਂਪ ਚੱਲ ਰਿਹਾ ਵਾ। ਇਸ ਕੈਂਪ ਦੇ ਵਿੱਚ 23 ਜੂਨ ਜਿਹੜਾ ਕੱਲ੍ਹ ਨਿਕਲ ਗਿਆ, ਤਕਰੀਬਨ 26 ਮੈਂਬਰਾਂ ਨੇ ਰਜਿਸਟ੍ਰੇਸ਼ਨ ਕਰਾ ਲਈ, ਜਿਹੜੇ ਮਾਈਕਰੋ, ਸਮਾਲ ਐਂਡ ਮੀਡੀਅਮ ਦੇ ਵਿੱਚ ਫਾਲ ਕਰਦੇ ਸੀਗੇ। ਬਹੁਤ ਵੱਡੀ ਰਾਹਤ ਦਿੱਤੀ ਹੈ ਗਵਰਨਮੈਂਟ ਨੇ ਸਾਡੀ ਕਿ ਮਾਈਕਰੋ ਯੂਨਿਟਸ ਨੂੰ ਜਿਹਦੀ ਤਕਰੀਬਨ 60,000 ਰੁਪਏ ਫੀਸ ਸੀਗੀ, ਉਹਨਾਂ ਨੂੰ ਅੰਦਾਜ਼ਨ 50,000 ਰੁਪਏ ਹਰ ਸਾਲ ਦਾ ਬੈਨੀਫਿਟ ਦੇ ਕੇ ਸਿਰਫ 10,000 ਰੁਪਏ ਫੀਸ ਰੱਖੀ ਗਈ ਹੈ। ਇਹ ਦੂਸਰਾ ਮੁੱਦਾ ਹੈ ਕਿ 10,000 ਵੀ ਦੇਣਾ ਕਿ ਨਹੀਂ। ਅੱਜ ਦੀ ਡੇਟ ਦੇ ਵਿੱਚ 50,000 ਰੁਪਏ ਸਾਲ ਦਾ ਤਕਰੀਬਨ ਮਾਈਕਰੋ ਇੰਡਸਟਰੀ ਨੂੰ ਫਾਇਦਾ ਹੈ, ਜਿਹੜੀ ਟੋਟਲ ਪਾਪੂਲੇਸ਼ਨ ਆਫ MSME ਜਦੋਂ ਭਾਰਤ ਸਰਕਾਰ ਦੇ ਲੈਵਲ 'ਤੇ ਵੀ ਦੇਖਦੇ ਹਾਂ, 95-96% ਇਹ ਜਿਹੜੇ ਹੈਗੇ ਨੇ ਸਾਡੇ ਮਾਈਕਰੋ ਯੂਨਿਟਸ ਨੇ ਜੀ। ਸਾਈਕਲ ਇੰਡਸਟਰੀ ਵੀ ਉਹਦੇ ਵਿੱਚ ਇੱਕ ਆਉਂਦੀ ਹੈ। ਇਸ ਤੋਂ ਬਾਅਦ ਸਮਾਲ ਐਂਡ ਮੀਡੀਅਮ ਜਿਨ੍ਹਾਂ ਨੂੰ ਤਕਰੀਬਨ 60,000 ਰੁਪਈਆ ਪੈਂਦਾ ਸੀਗਾ, ਐਗਜ਼ੈਕਟ ਫਿਗਰ ਨਹੀਂ ਮੈਂ ਦੇ ਰਿਹਾ,
ਉਹਨਾਂ ਨੂੰ ਵੀ ਤਕਰੀਬਨ 20,000 ਰੁਪਏ ਸਾਲ ਦਾ ਉਹਨਾਂ ਨੇ ਫੀਸ ਰਿਲੈਕਸੇਸ਼ਨ ਦਿੱਤੀ ਹੈ। ਸਰ ਮੇਜਰ ਉਦੋਂ ਆਪਣੇ ਮੁੱਦੇ ਰਹੇ ਸੀ ਕਿ ਨਾ ਤਾਂ ਸਾਡੇ ਕੋਲ ਕਪੈਸਿਟੀ ਤੁਸੀਂ ਕਿ ਕਲੇਮ ਕਰ ਰਹੇ ਸੀ ਪ੍ਰੋਪਰ ਹੈਗੀ ਹੈ, ਸੋ ਹੁਣ ਕੀ ਕਪੈਸਿਟੀ ਪ੍ਰੋਪਰ ਹੋ ਚੁੱਕੀ ਹੈ? ਤੇ ਦੂਸਰੀ ਚੀਜ਼ਾਂ ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆ ਰਹੇ ਸੀ ਕਿ ਸਜ਼ਾ ਘੱਟ ਕਰਾਓ, ਡਰਾਓ ਨਾ, ਪਰ ਸੁਣਿਆ ਹੈ ਕਿ ਸਜ਼ਾ ਤਾਂ ਹਜੇ ਵੀ ਉਦਾਂ ਹੀ ਹੈਗੀ ਹੈ। ਪਹਿਲੇ 1 ਜਨਵਰੀ ਸੀਗੀ, ਹੁਣ 1 ਜੁਲਾਈ ਹੈ। ਉਹਨੂੰ 2 ਸਾਲ ਦੀ ਕੈਦ, 2 ਸਾਲ ਜੁਰਮਾਨਾ। ਅਸੀਂ ਇਹ ਕੰਟੈਸਟ ਕੀਤਾ ਸੀਗਾ ਕਿ ਸਾਈਕਲ ਕਦੀ ਵੀ ਫਿੱਟ ਕੀਤੀ ਕੰਡੀਸ਼ਨ 'ਚ ਨਹੀਂ ਜਾਂਦਾ। ਜਦੋਂ ਫਿੱਟ ਕੀਤੀ ਕੰਡੀਸ਼ਨ 'ਚ ਨਹੀਂ ਜਾਂਦਾ ਉਸ ਵੇਲੇ ਸਾਡੀ ਕੀ ਜ਼ਿੰਮੇਵਾਰੀ ਹੈ? ਮੈਨੂਫੈਕਚਰ ਨੇ ਲੁਧਿਆਣੇ ਤੋਂ ਸਾਈਕਲ ਭੇਜਿਆ, ਇੱਕ ਹੋਲਸੇਲਰ ਨੂੰ ਦਿੱਤਾ ਉਹਨੇ, ਸਬ ਡੀਲਰ ਨੂੰ ਦਿੱਤਾ ਉਹਨੇ, ਅੱਗੇ ਡੀਲਰ ਨੂੰ ਦਿੱਤਾ ਉਹਨੇ, ਰਿਟੇਲਰ ਨੂੰ ਦਿੱਤਾ। 4-5 ਜਗ੍ਹਾ ਸਾਈਕਲ ਘੁੰਮ ਗਿਆ। ਜੇ ਸਾਈਕਲ ਦੇ ਵਿੱਚ ਰਿਫਲੈਕਟਰ ਕਿਸੇ ਵੀ ਸਟੇਜ ਤੇ ਕਿਸੇ ਨੇ ਕੱਢ ਲਿਆ, ਸਾਡੀ ਕੀ ਜ਼ਿੰਮੇਵਾਰੀ ਹੈ? ਉਹਦਾ ਸਰਕਾਰ ਨੇ ਬੜਾ ਸੌਖਾ ਇਲਾਜ ਦੇ ਦਿੱਤਾ ਹੈ ਕਿ ਸਾਈਕਲ ਮੈਨੂਫੈਕਚਰਰ ਜਾਂ ਅਸੈਂਬਲਰ ਜਦੋਂ ਸਾਈਕਲ ਦਾ ਡੱਬਾ ਬੰਦ ਕਰਦਾ ਵਾ, ਡੱਬੇ ਉੱਪਰ ਇੱਕ ਅਸੀਂ ਲਿਖ ਕੇ ਦੇਣਾ ਕਿ ਇਸ ਡੱਬੇ ਦੇ ਵਿੱਚ ਸਟੈਂਡਰਡ ਆਫ BIS, ਜਿਵੇਂ ਇਹ ਰਿਫਲੈਕਟਰ ਨੇ, ਇਹ ਰਿਫਲੈਕਟਰ ਦਾ ਪੈਕੇਟ ਪਾਉਣਾ ਹੈ, ਪੈਡਲ ਤੁਸੀਂ ਨਾਲ ਭੇਜਣਾ ਹੈ, ਇਹ BIS ਸਟੈਂਡਰਡ ਦਾ ਹੋਣਾ ਚਾਹੀਦਾ। ਸਾਡੇ ਸਟਾਕ ਰਜਿਸਟਰ 'ਚ ਆਉਣਾ ਚਾਹੀਦਾ ਕਿ ਇਹ ਕਿਹਦੇ ਕੋਲੋਂ ਅਸੀਂ ਪਰਚੇਜ਼ ਕੀਤਾ, ਕਿ ਉਹ ਅਪਰੂਵਡ BIS ਦਾ ਵੈਂਡਰ ਹੈਗਾ ਕਿ ਨਹੀਂ। ਜੇ ਅਪਰੂਵਡ ਹੈਗਾ, ਅਸੀਂ ਡੱਬੇ ਉੱਪਰ ਲਿਖ ਕੇ ਪਾਤਾ, ਬਿੱਲ ਬੁੱਕ ਦੇ ਉੱਪਰ COC ਨੰਬਰ ਰਜਿਸਟ੍ਰੇਸ਼ਨ ਪਾਤਾ। ਜਦ ਤੱਕ ਉਹ ਡੱਬਾ ਬੰਦ ਹੈ, ਜਦ ਤੱਕ ਜ਼ਿੰਮੇਵਾਰੀ ਸਾਈਕਲ ਮੈਨੂਫੈਕਚਰ ਦੀ ਹੈ। ਜਦੋਂ ਡੱਬਾ ਖੁੱਲ ਗਿਆ ਉਸ ਤੋਂ ਬਾਅਦ ਸਾਈਕਲ ਮੈਨੂਫੈਕਚਰ ਦੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਕੈਦ ਨਹੀਂ, ਜ਼ਿੰਮੇਵਾਰੀ ਕਿਹਦੀ? ਫਿਰ ਜ਼ਿੰਮੇਵਾਰੀ ਉਸ ਬੰਦੇ ਦੇ ਜਿਹੜੇ ਸਾਈਕਲ ਦਾ ਡੱਬਾ ਖੋਲ੍ਹਿਆ ਵਾ। ਸੋ ਇਹ ਬੜੀ ਵੱਡੀ ਰਾਹਤ ਆ ਚੁੱਕੀ ਹੈ, ਕਿਉਂਕਿ ਜਦੋਂ ਰਾਹਤ ਹੀ ਆ ਗਈ ਹੈ ਤੇ ਸਾਈਕਲ ਅਸੈਂਬਲਰ ਦੀ ਡਿਊਟੀ ਬਣ ਜਾਂਦੀ ਹੈ ਸਾਈਕਲ ਤੇ ਲਗਾਉਣਾ, ਪਹਿਲੀ ਗੱਲ। ਦੂਸਰੀ ਗੱਲ, ਜੇ ਸਾਈਕਲ ਰੋਡ ਦੇ ਉੱਪਰ ਕਸਟਮਰ ਕੋਲੋਂ ਰਿਫਲੈਕਟਰ ਗਿਰ ਗਿਆ ਜਾਂ ਦੁਕਾਨਦਾਰ ਨੇ 6 ਦੀ ਬਜਾਏ 8 ਦੀ ਬਜਾਏ 10 ਦੀ ਬਜਾਏ 2 ਲਗਾਏ ਜਾਂ 4 ਨਹੀਂ ਲਗਾਏ, ਮੈਨੂਫੈਕਚਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ। ਸੈਕੰਡਲੀ, ਹੁਣ ਰਜਿਸਟ੍ਰੇਸ਼ਨ ਦੀ ਵਾਰੀ ਹੈ। ਜਿਹੜੇ 28 ਪੇਜ ਦਾ ਫਾਰਮ ਸੀਗਾ, ਉਹ 28 ਪੇਜ ਦਾ ਫਾਰਮ ਪੋਰਟਲ ਤੇ ਉਹੀ ਰਹੇਗਾ, ਬਟ 3 ਚੀਜ਼ਾਂ ਅਸੀਂ ਪ੍ਰੋਵਾਈਡ ਕਰਨੀਆਂ ਕੈਂਪ ਦੇ ਵਿੱਚ। ਇੱਕ GST ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਕਾਪੀ ਦੇਣੀ ਨਹੀਂ ਹੈਗੀ, ਉਹ ਉਦਯਮ ਰਜਿਸਟ੍ਰੇਸ਼ਨ ਦੀ ਕਾਪੀ, ਤਾਂ ਕਿ ਪਤਾ ਲੱਗੇ ਮਾਈਕਰੋ, ਸਮਾਲ ਜਾਂ ਮੀਡੀਅਮ ਕਿਹਦੇ 'ਚ ਫਾਲ ਕਰਦੇ ਆ। ਜੇ ਨਹੀਂ ਤੇ ਉਹਦੀ ਰਜਿਸਟ੍ਰੇਸ਼ਨ ਅਸੀਂ ਨਾਲ ਦੀ ਨਾਲ ਕਰਾ ਕੇ ਦੇ ਰਹੇ ਹਾਂ ਫ੍ਰੀ ਆਫ ਕਾਸਟ। COC ਦੀ ਰਜਿਸਟ੍ਰੇਸ਼ਨ ਫ੍ਰੀ ਆਫ ਕਾਸਟ, 3 ਦਿਨਾਂ 'ਚ ਨੰਬਰ ਲੈ ਕੇ ਦੇਣਾ ਫ੍ਰੀ ਆਫ ਕਾਸਟ, ਕੋਈ ਰਿਸ਼ਵਤ ਨਹੀਂ, ਕੋਈ ਅੰਡਰ ਟੇਬਲ ਦਾ ਪੈਸਾ ਨਹੀਂ, ਸਰਕਾਰੀ ਪੋਰਟਲ 'ਚ ਪੈਸੇ ਜਾਣੇ ਆ। ਐਡੀ ਵੱਡੀ ਰਾਹਤ ਤੋਂ ਬਾਅਦ ਦੇ ਵਿੱਚ ਮੈਂ ਸਮਝਣਾ ਕਿ 28 ਪੇਜ ਦਾ ਫਾਰਮ ਇੰਨੇ ਕਰਕੇ ਭਰਨਾ, ਨਾਟ ਐਪਲੀਕੇਬਲ, ਉਹ ਵੀ ਅਫਸਰ ਭਰ ਰਹੇ ਨੇ, ਸਾਡਾ ਸਟਾਫ ਨਾਲ ਲੱਗਿਆ, ਮੈਂ ਖੁਦ ਸੁਪਰਵਾਈਜ਼ ਕਰ ਰਿਹਾ ਤੁਹਾਡੇ ਸਾਹਮਣੇ ਬੈਠ ਕੇ। ਸਰ ਮੈਂ ਤਾਂ ਕੁਐਸਚਨ ਨੇ ਪੁੱਛਿਆ ਸੀ ਕਿ ਕੀ ਕਪੈਸਿਟੀ ਵੱਧ ਗਈ ਹੈ ਹੁਣ? ਸਰ ਦੇਖੋ, ਕਪੈਸਿਟੀ ਕਿਉਂਕਿ ਐਸੋਸੀਏਸ਼ਨ ਦਾ ਕੋਈ ਰੈਫਰੈਂਸ ਦੇਣ ਦਾ ਨਹੀਂ ਬਣਦਾ। ਅੱਗੇ 3 ਮੈਨੂਫੈਕਚਰਰ ਸੀਗੇ ਰਿਫਲੈਕਟਰ ਦੇ, ਇੱਕ ਮੈਨੂਫੈਕਚਰ ਸੀਗਾ ਪੈਡਲ ਰਿਫਲੈਕਟਰ ਦਾ ਖਾਲੀ। ਹੁਣ ਮੇਰੀ ਜੋ ਨੋਟਿਸ 'ਚ ਆਇਆ ਕਿ ਕੁਝ ਘਰਾਂ ਨੇ ਪ੍ਰੋਡਕਸ਼ਨ ਸ਼ੁਰੂ ਕਰਨ ਦੇ ਬੜੀ ਨੇੜੇ ਲਗਾ ਲਿਆ, R&D ਸੈਂਟਰ 'ਚੋਂ ਸੈਂਪਲ ਪਾਸ ਵੀ ਕਰਾ ਲਏ ਨੇ, ਕਿਉਂਕਿ ਐਸੋਸੀਏਸ਼ਨ ਕਿਸੇ ਦਾ ਰੈਫਰੈਂਸ ਨਹੀਂ ਦੇਗੀ। ਕੁਝ ਘਰ ਹੋਰ ਡਿਵੈਲਪ ਵੀ ਕਰ ਰਹੇ ਨੇ। ਤਾਂ ਮੈਂ ਸਮਝਣਾ ਕਿ ਬੜੀ ਜਲਦੀ ਹੀ ਬੜੀ ਕੁਆਂਟੀਟੀ ਐਂਪਲ ਹੋ ਜਾਏਗੀ। ਜੇ ਕਿਸੇ ਮੇਰੇ ਮੈਂਬਰ ਦੋਸਤ ਨੂੰ ਰਿਫਲੈਕਟਰ ਲੈਣ 'ਚ ਦਿੱਕਤ ਆ ਰਹੀ ਹੈ, ਅਸੀਂ ਇਹ ਹੈਲਪ ਜ਼ਰੂਰ ਕਰਾਂਗੇ ਕਿ ਤੁਸੀਂ ਐਸੋਸੀਏਸ਼ਨ 'ਚ ਆਓ ਜਾਂ ਟੈਲੀਫੋਨ ਕਰੋ ਕਿਸੇ ਵੀ ਮੇਰੇ ਆਫਿਸ ਬੈਰਰ ਨੂੰ, ਆਫਿਸ ਦੇ ਵਿੱਚ ਅਸੀਂ ਤੁਹਾਨੂੰ ਰੈਫਰੈਂਸ ਦਿਆਂਗੇ ਕਿਹਦੇ ਕੋਲ ਮਿਲਦਾ ਹੈ। ਜੇ ਕੋਈ ਘਾਟ ਮਿਲ ਰਹੀ ਹੈ, ਨਹੀਂ ਮਿਲ ਰਿਹਾ, ਤਾਂ ਅਸੀਂ ਉਸ ਬੰਦੇ ਨੂੰ ਰਿਕੁਐਸਟ ਵੀ ਕਰਾਂਗੇ ਕਿ ਕਿਰਪਾ ਕਰਕੇ ਇਸ ਮੈਨੂਫੈਕਚਰ ਨੂੰ ਪ੍ਰਾਇਰਟੀ 'ਤੇ ਰਿਫਲੈਕਟਰ ਵਾਜਬ ਰੇਟ 'ਤੇ ਦਿਓ। ਤੇ ਪਿਛਲੀ ਵਾਰੀ ਤੁਹਾਡਾ ਇਹ ਵੀ ਇੱਕ ਖਦਸ਼ਾ ਸੀਗਾ ਕਿ ਸ਼ਾਇਦ ਜਿਹੜੇ ਲੋਕ ਦੇ ਰਹੇ ਹੈ, ਬਣਵਾ ਰਹੇ ਸੀਗੇ, ਕਿ ਉਹ ਮਨਮਾਨੇ ਰੇਟਾਂ ਤੇ ਵੇਚ ਰਹੇ ਹੈ, ਕੁਝ ਇਹੋ ਜਿਹੀਆਂ ਗੱਲਾਂ ਵੀ ਸੀ, ਉਹਨੂੰ ਹੁਣ ਮੋਨੀਟਰ ਕਿੱਦਾਂ ਕਰੋ? ਦੇਖੋ, ਮੇਰੀ ਨੋਟਿਸ 'ਚ ਆਇਆ, ਅਸੀਂ ਭਾਰਤ ਸਰਕਾਰ ਨੂੰ ਬੜਾ ਖੁੱਲ੍ਹ ਕੇ ਮੰਤਰੀ ਜੀ ਦੇ ਸਾਹਮਣੇ ਕਹਿਤਾ ਸੀਗਾ ਕਿ ਜਿਸ ਰੇਟ 'ਤੇ ਕੁਝ ਉਹ ਬਲੈਕ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਵੱਧ ਰੇਟ 'ਤੇ ਲੈਣ ਦੀ ਕੋਸ਼ਿਸ਼ ਕਰੇਗਾ, ਤਾਂ ਕਿਰਪਾ ਕਰਕੇ ਤੁਸੀਂ ਐਸੋਸੀਏਸ਼ਨ ਨੂੰ ਵੀ ਦੱਸੋ, ਨਹੀਂ ਤੇ ਸਿੱਧੀ ਮੰਤਰੀ ਜੀ ਨੂੰ ਕੰਪਲੇਂਟ ਕਰੋ। ਮੰਤਰੀ ਜੀ ਦਾ ਨੰਬਰ ਪੋਰਟਲ ਦੇ ਉੱਪਰ ਹੈਗਾ ਵਾ ਵੀ ਇਹ ਬੰਦਾ ਸਾਨੂੰ ਬਲੈਕ 'ਚ ਰਿਫਲੈਕਟਰ ਦੇ ਰਿਹਾ, ਉਹ ਸਰਕਾਰ ਦਾ ਕੰਮ ਹੈ ਜੀ। ਐਸੋਸੀਏਸ਼ਨ ਰਿਕੁਐਸਟ। ਕਿੰਨੀਆਂ ਕਿ ਕੰਪਨੀਆਂ ਰਜਿਸਟਰਡ ਹੋ ਗਈਆਂ ਤੇ ਤੁਹਾਨੂੰ ਲੱਗਦਾ ਕਿੰਨੀਆਂ ਕਿ ਰਜਿਸਟਰਡ ਹੋ ਜਾਣਗੀਆਂ ਇਹਦੇ ਵਿੱਚ? ਸਾਈਕਲ ਦੇ ਜਾਂ ਰਿਫਲੈਕਟਰ ਦੀ? ਜਿਹੜੀ ਸਾਈਕਲ ਲਈ ਜਿਨ੍ਹਾਂ ਨੇ ਲਗਾਣਾ ਰਿਫਲੈਕਟਰ। ਤੇ ਮੇਰੇ ਕੋਲੇ ਅੱਜ ਹੁਣ ਦੂਸਰੇ ਦਿਨ ਦਾ ਦੁਪਹਿਰ ਦਾ ਕੈਂਪ ਚੱਲ ਰਿਹਾ ਹੈ। ਜਦੋਂ ਮੈਂ ਅੰਦਰੋਂ ਕੈਂਪ 'ਚੋਂ ਉੱਠ ਕੇ ਆਇਆ ਵਾਂ ਆਪਣੇ ਆਫਿਸ 'ਚ, ਇੱਥੇ ਬੈਠਾ ਪ੍ਰੈਜ਼ੀਡੈਂਟ ਆਫਿਸ, ਉਦੋਂ 45 ਕੰਪਨੀਆਂ ਰਜਿਸਟਰਡ ਹੋ ਚੁੱਕੀਆਂ ਸੀਗੀਆਂ। ਮੇਰੇ ਖਿਆਲ 50 ਕ੍ਰਾਸ ਕਰ ਗਈਆਂ ਨੇ। ਤੇ ਜੇ 7 ਦਿਨਾਂ 'ਚ ਅਸੀਂ ਕੁਝ ਸੈਂਕੜੇ ਰਜਿਸਟ੍ਰੇਸ਼ਨ ਕਰਾ ਦਿੰਦੇ ਹਾਂ, ਕਿਉਂਕਿ ਲੁਧਿਆਣੇ ਦਾ ਤਲਕ ਹੈ। ਇੱਥੇ ਕੈਂਪ ਵਿੱਚ ਕੋਈ ਮੈਂਬਰ ਸਾਡਾ ਯੂਨਾਈਟਿਡ ਸਾਈਕਲ ਪਾਰਟਸ ਦਾ ਜਾਂ ਨੌਨ ਮੈਂਬਰ ਕੋਈ ਵੀ ਆ ਰਿਹਾ, ਇਕੁਅਲ ਰਿਸਪੈਕਟ ਦੇ ਰਹੇ ਹਾਂ। ਹਾਂ, ਮੈਂਬਰ ਦੇ ਵਾਸਤੇ ਕਾਊਂਟਰ ਅਲੱਗ ਨੇ, ਜੇ ਕੋਈ ਨੌਨ ਮੈਂਬਰ ਆਉਂਦਾ ਉਹਦਾ ਕਾਊਂਟਰ ਅਲੱਗ ਕਰ ਦਿੱਤਾ।
ਮੈਨੂੰ ਖੁਸ਼ੀ ਦੀ ਗੱਲ ਹੈ ਕਿ ਖੁਦ ਲੋਕ ਆ ਕੇ ਮੈਂਬਰ ਬਣਨਾ ਚਾਹੁੰਦੇ ਨੇ ਵੀ ਇਹਦੀ ਵਧੀਆ ਫੈਸਿਲਿਟੀ ਮਿਲ ਰਹੀ ਹੈ, ਸਾਨੂੰ ਮੈਂਬਰ ਬਣਾਓ। ਇਹ ਰਜਿਸਟ੍ਰੇਸ਼ਨ ਲੁਧਿਆਣੇ ਦੀ, ਬਟ ਕਿਉਂਕਿ ਇਹ ਸਾਈਕਲ ਤੇ ਰਿਫਲੈਕਟਰ ਖਾਲੀ ਲੁਧਿਆਣੇ 'ਚ ਨਹੀਂ ਲੱਗਣਾ, ਜੇ ਕੋਈ ਆਲ ਓਵਰ ਇੰਡੀਆ ਦੁਕਾਨਦਾਰ ਵੀ ਆਪਣੇ ਬ੍ਰਾਂਡ ਦੀ ਸਾਈਕਲ ਵੇਚ ਰਿਹਾ ਉਹਦੀ ਵੀ ਰਜਿਸਟ੍ਰੇਸ਼ਨ ਜ਼ਰੂਰੀ ਹੈ। ਮੈਂ ਸਮਝਦਾ ਕਿ ਜੇ ਆਲ ਓਵਰ ਇੰਡੀਆ ਦੇਖੋਗੇ ਤੇ ਫਿਗਰ 4 ਫਿਗਰ ਹੀ ਚਲੀ ਜਾਏਗੀ, 3 ਫਿਗਰ 'ਚ ਨਹੀਂ ਰਹੇਗੀ।